ਸਟਾਰਟ। ਅੱਜ ਦੇ ਦਿਨ ਦਾ ਇਤਿਹਾਸ ਅਸੀਂ ਸਿੱਖ ਕੌਮ ਨੂੰ ਕਿਉਂ ਯਾਦ ਕਰਵਾਉਣ ਲੱਗੇ ਹਾਂ? ਪ੍ਰਸ਼ਨ ਚਿੰਨ੍ਹ। ਅੱਜ ਦੇ ਦਿਨ ਦਾ ਇਤਿਹਾਸ ਪੜ੍ਹ ਕੇ ਉਹਨਾਂ ਸਾਰੇ ਸਿੱਖਾਂ ਅਤੇ ਸਿੱਖ ਦੁਸ਼ਮਣਾਂ ਦੇ ਮੂੰਹ 'ਤੇ ਕਰਾਰੀ ਚਪੇੜ ਵੱਜੇਗੀ, ਜਿਹੜੇ ਇਹ ਕਹਿੰਦੇ ਅਤੇ ਸਮਝਦੇ ਹਨ ਕਿ ਦਰਬਾਰ ਤੇ ਫੌਜ ਦਾ ਹਮਲਾ ਸੰਤ ਭਿੰਡਰਾਂਵਾਲਿਆਂ ਦੀਆਂ ਖਾੜਕੂ ਕਾਰਵਾਈਆਂ ਕਾਰਨ ਹੋਇਆ। ਡੰਡੀ। ਨਹਿਰੂ ਗਾਂਧੀ ਪਰਿਵਾਰ ਦੀ ਸਿੱਖਾਂ ਨਾਲ ਦੁਸ਼ਮਣੀ ਸਦੀਆਂ ਦਾ ਵੈਰ ਸੀ, ਜਿਨ੍ਹਾਂ ਨੂੰ ਉਹਨਾਂ ਨੇ ਇੱਕ ਵਾਰ ਨਹੀਂ ਸਗੋਂ ਵਾਰ-ਵਾਰ ਕੱਢਿਆ ਤੇ ਸਿੱਖ ਕੌਮ ਦੀ ਹੋਂਦ ਮਿਟਾਉਣ ਦਾ ਹਰ ਸੰਭਵ ਯਤਨ ਇੱਕ ਵਾਰ ਨਹੀਂ ਅਣਗਿਣਤ ਵਾਰ ਕੀਤਾ। ਨਹਿਰੂ ਪਰਿਵਾਰ ਦੇ ਵੱਡੇ ਵਡੇਰਿਆਂ ਗੰਗੂ ਵਰਗਿਆਂ ਨੇ ਤਾਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਵਜ਼ੀਰੇ ਵਰਗੇ ਜ਼ਾਲਮ ਹੱਥੋਂ ਸ਼ਹਾਦਤ ਕਰਵਾ ਕੇ ਵੱਡਾ ਪਾਪ ਜਿਹੜਾ ਬਖਸ਼ਣ ਤੇ ਭੁੱਲਣ ਯੋਗ ਨਹੀਂ, ਉਹ ਕਮਾਇਆ ਸੀ। ਡੰਡੀ। ਪਤਾ ਨਹੀਂ ਕੌਮ ਨੇ ਇਸ ਖਾਨਦਾਨ 'ਤੇ ਵਾਰ-ਵਾਰ ਭਰੋਸਾ ਕਰਨ ਦੀ ਵੱਡੀ ਗਲਤੀ ਕਿਵੇਂ ਕੀਤੀ? ਪ੍ਰਸ਼ਨ ਚਿੰਨ੍ਹ। ਜੇ ਅਸੀਂ ਵਰਤਮਾਨ ਸਮੇਂ ਇਹਨਾਂ ਖਾਨਦਾਨਾਂ ਦੇ ਸਿੱਖਾਂ ਪ੍ਰਤੀ ਰਵੱਈਏ ਦੀ ਗੱਲ ਕਰੀਏ ਤਾਂ ਗਾਂਧੀ ਨੇ ਹਮੇਸ਼ਾ ਸਿੱਖ ਮੋਰਚਿਆਂ ਤੋਂ ਸਾੜਾ ਖਾਧਾ ਤੇ ਉਹਨਾਂ ਦੀ ਨਿਖੇਧੀ ਕੀਤੀ। ਡੰਡੀ। ਇੱਥੇ ਹੀ ਬਸ ਨਹੀਂ, ਉਸਨੇ ਤਾਂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭੁੱਲੜ ਦੇਸ਼ ਭਗਤ ਦਾ ਖਿਤਾਬ ਦੇ ਮਾਰਿਆ ਸੀ। ਡੰਡੀ। ਇਹੋ ਜਿਹੇ ਕੌੜੇ ਸ਼ਬਦ ਉਸਨੇ ਆਜ਼ਾਦੀ ਸੰਘਰਸ਼ ਦੇ ਲੋਕ ਨਾਇਕ ਸ਼ਹੀਦ ਏ ਆਜ਼ਮ ਭਗਤ ਸਿੰਘ ਸੰਬੰਧੀ ਵੀ ਬੋਲੇ ਸਨ। ਡੰਡੀ। ਨਹਿਰੂ ਨੇ ਰਾਵੀ ਦੇ ਕੰਢੇ ਕਾਂਗਰਸ ਦੇ ਆਮ ਇਜਲਾਸ 'ਚ ਸਿੱਖਾਂ ਨੂੰ ਸਿਰੇ ਦਾ ਕੋਰਾ ਝੂਠ ਬੋਲਦਿਆਂ ਉਹਨਾਂ ਨੂੰ ਦੇਸ਼ ਆਜ਼ਾਦ ਹੋਣ ਤੇ ਖੁਦ ਮੁਖਤਿਆਰੀ ਦਾ ਲਾਲੀਪਾਪ ਦਿੱਤਾ। ਡੰਡੀ। ਗਾਂਧੀ ਨੇ ਤਾਂ ਸਿੱਖਾਂ ਨਾਲ ਅਜਿਹਾ ਵਾਅਦਾ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਵਿਖੇ ਕੀਤਾ। ਡੰਡੀ। ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ 9ਵੇਂ ਪਾਤਸ਼ਾਹ ਨੇ ਹਿੰਦੂ ਧਰਮ ਦੀ ਰਾਖੀ ਲਈ ਆਪਣੀ ਮਹਾਨ ਸ਼ਹਾਦਤ ਦਿੱਤੀ ਹੋਈ ਹੈ। ਡੰਡੀ। ਫਿਰ ਵੀ ਸਿੱਖ ਨੇ ਪਤਾ ਨਹੀਂ ਕਿਉਂ ਇਹਨਾਂ ਕਪਟੀ ਮਕਾਰ ਸ਼ੈਤਾਨ ਆਗੂਆਂ 'ਤੇ ਭਰੋਸਾ ਕੀਤਾ ਤੇ ਆਪਣੀ ਕਿਸਮਤ ਇਹਨਾਂ ਨਾਲ ਬੰਨ੍ਹ ਦਿੱਤਾ। ਆਪਣੇ ਭਵਿੱਖ ਦੀ ਨਕੇਲ ਇਹਨਾਂ ਨੂੰ ਫੜਾ ਦਿੱਤੀ। ਡੰਡੀ। ਜਿਸ ਕਾਰਨ ਇਹਨਾਂ ਹਿੰਦੂ ਤਵੀਆਂ ਨੂੰ ਵਹਿਮ ਹੋ ਗਿਆ ਕਿ ਉਹ ਸਿੱਖਾਂ ਵਰਗੀ ਕੌਮ ਦਾ ਭਵਿੱਖ ਵੀ ਘੜਨ ਵਾਲੇ ਹੋ ਗਏ ਹਨ। ਡੰਡੀ। ਖੈਰ, ਅਸੀਂ ਅੱਜ ਦੇ ਦਿਨ ਦੇ ਇਤਿਹਾਸ ਦੀ ਗੱਲ ਕਰ ਰਹੇ ਸੀ। ਡੰਡੀ। ਅੱਜ ਦੇ ਦਿਨ ਭਾਵ 12 ਜੂਨ 1960 ਨੂੰ ਸਿੱਖਾਂ ਨੂੰ ਨਹਿਰੂ ਦੇ ਹੁਕਮਾਂ ਨਾਲ ਦਿੱਲੀ 'ਚ ਕੁੱਟਿਆ ਵੀ ਗਿਆ, ਮਾਰਿਆ ਵੀ ਗਿਆ। ਜਿਸ ਤਰ੍ਹਾਂ 1984 ਨਵੰਬਰ 'ਚ ਜਿੱਥੇ ਵੀ ਸਿੱਖ ਦਿਸਦਾ ਸੀ ਉਸਦਾ ਕਤਲੇਆਮ ਕਰ ਦਿੱਤਾ ਜਾਂਦਾ ਸੀ, ਉਸੇ ਤਰ੍ਹਾਂ ਹੀ ਨਹਿਰੂ ਦੇ ਹੁਕਮ ਸੀ ਕਿ ਦਿੱਲੀ 'ਚ ਜਾਂ ਦਿੱਲੀ ਨੂੰ ਆਉਂਦਾ ਸਿੱਖ ਜਿੱਥੇ ਵੀ ਦਿਖਾਈ ਦਿੰਦਾ ਹੈ ਉਸਨੂੰ ਪਹਿਲਾਂ ਬੁਰੀ ਤਰ੍ਹਾਂ ਕੁੱਟ ਕੇ ਫਿਰ ਗ੍ਰਿਫਤਾਰ ਕਰ ਲਵੋ। ਡੰਡੀ। ਕਾਰਨ ਕੀ ਸੀ? ਪ੍ਰਸ਼ਨ ਚਿੰਨ੍ਹ। ਪੰਜਾਬੀ ਸੂਬੇ ਦੇ ਹੱਕ ਵਿੱਚ ਸਿੱਖਾਂ ਨੇ 12 ਜੂਨ 1960 ਨੂੰ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਇੱਕ ਵੱਡਾ ਰੋਸ ਮਾਰਚ ਕੱਢਣ ਦਾ ਫੈਸਲਾ ਕੀਤਾ ਸੀ। ਡੰਡੀ। ਨਹਿਰੂ ਇਹ ਨਹੀਂ ਚਾਹੁੰਦਾ ਸੀ। ਡੰਡੀ। ਸਰਕਾਰ ਵੱਲੋਂ ਸਿੱਖਾਂ ਨੂੰ ਦਿੱਲੀ ਆਉਣ ਤੋਂ ਰੋਕਣ ਲਈ ਹਰ ਰਲੇਵੇਂ ਰੇਲਵੇ ਸਟੇਸ਼ਨ 'ਤੇ
ਬੱਸ ਅੱਡਿਆਂ 'ਤੇ ਜ਼ਬਰਦਸਤ ਨਾਕਾਬੰਦੀ ਹੋ ਗਈ ਡੰਡੀ। ਸੀਸਗੰਜ ਸਾਹਿਬ ਦੀ ਵੀ ਘੇਰਾਬੰਦੀ ਕਰ ਦਿੱਤੀ ਗਈ ਡੰਡੀ, ਪਰੰਤੂ ਫਿਰ ਵੀ 30,000 ਦੇ ਕਰੀਬ ਸਿੱਖ ਸੀਸਗੰਜ ਸਾਹਿਬ ਇਕੱਠੇ ਹੋ ਗਏ ਡੰਡੀ। ਇਹਨਾਂ ਰਿਪੋਰਟ ਨਾਲ ਨਹਿਰੂ ਨੂੰ ਹੱਥਾਂ ਪੈਰਾਂ ਦੀ ਪੈ ਗਈ ਡੰਡੀ। ਸਾਰਾ ਅੰਤਰਰਾਸ਼ਟਰੀ ਮੀਡੀਆ ਵੀ ਦਿੱਲੀ 'ਚ ਇਕੱਠਾ ਹੋ ਗਿਆ ਡੰਡੀ, ਪਰੰਤੂ ਇੰਦਰਾ ਵਾਂਗੂ ਨਹਿਰੂ ਵੀ ਆਪਣੀ ਜਿੱਦ 'ਤੇ ਅੜਿਆ ਰਿਹਾ ਤੇ ਸਿੱਖਾਂ ਨੂੰ ਸਬਕ ਸਿਖਾਉਣ ਦਾ ਫੈਸਲਾ ਹੋਰ ਪੱਕਾ ਕਰ ਲਿਆ ਡੰਡੀ। ਮਿੱਥੇ ਸਮੇਂ 'ਤੇ ਮਾਰਚ ਨਿਕਲਿਆ ਤੇ ਪੁਲਿਸ ਨੇ ਅੰਨਾ ਤਸ਼ੱਦਦ ਕੀਤਾ ਡੰਡੀ। ਗੈਰ ਸਰਕਾਰੀ ਰਿਪੋਰਟਾਂ ਅਨੁਸਾਰ 12 ਸਿੰਘ ਸ਼ਹੀਦ ਤੇ 1000 ਤੋਂ ਵੱਧ ਜ਼ਖਮੀ ਹੋਏ ਡੰਡੀ। ਇਹ ਨਹਿਰੂ ਦੀ ਸਿੱਖਾਂ ਪ੍ਰਤੀ ਨਫ਼ਰਤ ਤੇ ਹੋਂਦ ਮਿਟਾਉਣ ਦੀ ਸੋਚ ਦਾ ਪ੍ਰਗਟਾਵਾ ਹੈ ਡੰਡੀ। ਸਿੱਖਾਂ ਨੂੰ ਜੇ ਹਾਲੇ ਵੀ ਇਹਨਾਂ ਹਿੰਦੂਤਵੀ ਹਾਕਮਾਂ ਬਾਰੇ ਕੋਈ ਭੁਲੇਖਾ ਹੋਵੇ ਤਾਂ ਉਸਨੂੰ ਜਿੰਨੀ ਜਲਦੀ ਹੋ ਸਕੇ ਮਨ 'ਚੋਂ ਕੱਢ ਦੇਣਾ ਚਾਹੀਦਾ ਹੈ ਡੰਡੀ। ਸਿੱਖਾਂ ਨੂੰ ਕੁਚਲਣ ਦੀ ਦਰੜ ਦੇਣ ਦੀਆਂ ਸਾਜ਼ਿਸ਼ਾਂ ਬਹੁਤ ਪਹਿਲਾਂ ਹੀ ਘੜੀਆਂ ਜਾ ਚੁੱਕੀਆਂ ਸਨ ਡੰਡੀ। ਉਹਨਾਂ ਨੂੰ ਪਹਿਲਾਂ ਜਰਾਇਮ ਪੇਸ਼ਾ ਕਰਾਰ ਦੇਣਾ ਅਤੇ ਫਿਰ ਅੱਤਵਾਦੀ ਦਾ ਫੱਟਾ ਲਾ ਦੇਣਾ ਸਾਬਤ ਕਰਦਾ ਹੈ ਕਿ ਸਿੱਖਾਂ ਪ੍ਰਤੀ ਇਹਨਾਂ ਦੀ ਸੋਚ ਕੀ ਹੈ। ਪ੍ਰਸ਼ਨ ਚਿੰਨ੍ਹ ਸਾਕਾ ਦਰਬਾਰ ਸਾਹਿਬ ਨੂੰ ਕੋਈ ਅਚਾਨਕ ਵਾਪਰਿਆ ਵਰਤਾਰਾ ਸਮਝਣ ਦੀ ਭੁੱਲ ਨਾ ਕਰੇ। ਇਹ ਤਾਂ ਸਦੀਆਂ ਦੇ ਵੈਰ ਦਾ ਨਤੀਜਾ ਸੀ ਡੰਡੀ। ਸਿੱਖਾਂ ਨੇ ਅਕਿਰਤ ਘਣਤਾ ਨੂੰ ਕਿਵੇਂ ਲੈਣਾ ਤੇ ਕਿਵੇਂ ਸਿੰਜਣਾ ਹੈ, ਇਹ ਵਿਸ਼ਾ ਲੰਬੀ ਵਿਚਾਰ ਚਰਚਾ ਦੀ ਮੰਗ ਕਰਦਾ ਹੈ ਡੰਡੀ। ਪਰੰਤੂ ਅਸੀਂ ਅੱਜ ਭਾਵ 12 ਜੂਨ ਦੇ ਇਤਿਹਾਸ ਨਾਲ ਹਿੰਦੂਤਵ ਦੀ ਸਿੱਖਾਂ ਪ੍ਰਤੀ ਨਫ਼ਰਤ ਨੂੰ ਉਜਾਗਰ ਕਰਨ ਦਾ ਛੋਟਾ ਜਿਹਾ ਯਤਨ ਕੀਤਾ ਹੈ ਡੰਡੀ। ਅਜਿਹੀਆਂ ਹੋਰ ਬਹੁਤ ਸਾਰੀਆਂ ਘਟਨਾਵਾਂ ਨਾਲ ਸਾਡਾ ਇਤਿਹਾਸ ਭਰਿਆ ਪਿਆ ਹੈ ਡੰਡੀ। ਸਟਾਰਟ। ਭਰਨ ਲਈ ਪਹਿਲਾਂ ਖਾਲੀ ਹੋਣਾ ਪੈਂਦਾ ਹੈ ਡੰਡੀ। ਲੰਬੀ ਛਾਲ ਲਈ ਪਹਿਲਾਂ 2 ਕਦਮ ਪਿੱਛੇ ਪੁੱਟਣੇ ਪੈਂਦੇ ਨੇ ਡੰਡੀ। ਮੀਂਹ ਆਉਣ ਤੋਂ ਪਹਿਲਾਂ ਗਰਮੀ ਦਾ ਵਧਣਾ ਆਮ ਹੈ ਡੰਡੀ। ਨਵੇਂ ਪੱਤਿਆਂ ਦੇ ਉੱਗਣ ਤੋਂ ਪਹਿਲਾਂ ਪੁਰਾਣਿਆਂ ਨੂੰ ਝੜਨਾ ਪੈਂਦਾ ਹੈ ਡੰਡੀ। ਜੁੜਨ ਤੋਂ ਪਹਿਲਾਂ ਟੁੱਟਣਾ ਪੈਂਦਾ ਹੈ, ਕਿਉਂਕਿ ਅਗਰ ਟੁੱਟਦੇ ਹੀ ਨਾ ਤਾਂ ਜੁੜਨਾ ਕਿਸ ਨੇ ਸੀ ਡੰਡੀ। ਤਾਰਿਆਂ ਦੇ ਚਮਕਣ ਲਈ ਹਨੇਰੇ ਦਾ ਹੋਣਾ ਲਾਜ਼ਮੀ ਹੈ ਡੰਡੀ। ਇਸੇ ਤਰ੍ਹਾਂ ਚੰਗਾ ਬੋਲਣ ਦੀ ਅਵਸਥਾ 'ਚ ਜਾਣ ਤੋਂ ਪਹਿਲਾਂ ਚੁੱਪ ਰਹਿਣਾ ਲਾਜ਼ਮੀ ਹੈ ਡੰਡੀ। ਕੁਝ ਵੀ ਮਾੜਾ ਨਹੀਂ ਹੁੰਦਾ, ਜੋ ਵੀ ਹੁੰਦਾ ਹੈ ਕਿਸੇ ਚੰਗੇ ਦੇ ਹੋਣ ਲਈ ਤਿਆਰੀ ਹੁੰਦੀ ਹੈ ਡੰਡੀ। ਇਸ ਬ੍ਰਹਿਮੰਡ ਦੇ ਬਹੁਤ ਹਿੱਸੇ 'ਚ ਖਾਲੀਪਨ ਹੈ ਅਤੇ ਕਈ ਗ੍ਰਹਾਂ 'ਚ ਵਾਤਾਵਰਨ ਹੈ, ਅਰਥਾਤ ਉਹ ਭਰੇ ਹੋਏ ਨੇ ਡੰਡੀ। ਪਰ ਸ਼ਕਤੀਸ਼ਾਲੀ ਗੱਲ ਇਹ ਹੈ ਕਿ ਭਰੇ ਹੋਏ ਵੱਡੇ ਵੱਡੇ ਗ੍ਰਹਾਂ ਨੂੰ ਵੀ ਆਪਣੇ ਕਲਾਵੇ 'ਚ ਉਹ ਬ੍ਰਹਿਮੰਡ ਸੰਭਾਲੀ ਬੈਠਾ ਹੈ, ਜਿਸ ਨੂੰ ਅਸੀਂ ਖਾਲੀ ਸਮਝਦੇ ਹਾਂ। ਜਿੱਥੇ ਸਾਡੀ ਨਜ਼ਰ 'ਚ ਖਲਾ ਹੈ, ਹੋਰ ਕੁਝ ਵੀ ਨਹੀਂ ਡੰਡੀ। ਕਈ ਵਾਰ ਜਿਸ ਨੂੰ ਅਸੀਂ ਖਾਲੀ ਸਮਝ ਬੈਠਦੇ ਹਾਂ ਉਹ ਜ਼ਿਆਦਾ ਭਰਿਆ ਹੁੰਦਾ ਹੈ ਡੰਡੀ। ਭਰਾ ਇੱਕ ਫਕੀਰ ਨੂੰ ਇੱਕ ਰਾਜਾ ਰੋਕ ਕੇ ਪੁੱਛਣ ਲੱਗਾ ਕਿ ਤੇਰੇ ਥੈਲੇ 'ਚ ਕੀ ਹੈ? ਉਹ ਕਹਿੰਦਾ ਸ਼ਾਮ ਦੀ ਰੋਟੀ ਡੰਡੀ। ਰਾਜਾ ਕਹਿੰਦਾ ਮੈਨੂੰ ਤੇਰੀ ਹਾਲਤ ਦੇਖ ਕੇ ਤਰਸ ਆ ਰਿਹਾ ਹੈ ਡੰਡੀ। ਚੱਲ ਮੇਰੇ ਨਾਲ, ਮੈਂ ਤੈਨੂੰ ਵਧੀਆ ਪਕਵਾਨ ਖਵਾਵਾਂ ਡੰਡੀ। ਫਕੀਰ ਆਪਣੇ ਆਨੰਦ 'ਚ ਸੀ, ਉਸਦੇ ਚਿਹਰੇ 'ਤੇ ਨੂਰ ਤੇ ਸ਼ਾਂਤੀ ਸੀ
ਡੰਡੀ। ਉਸਨੇ ਪਿਆਰ ਨਾਲ ਕਿਹਾ, ਰਾਜਨ ਧੰਨਵਾਦ, ਤੂੰ ਮੇਰਾ ਫਿਕਰ ਕੀਤਾ, ਪਰ ਤੂੰ ਮੇਰੇ 'ਤੇ ਤਰਸ ਨਾ ਖਾ ਬਲਕਿ ਖੁਦ 'ਤੇ ਖਾ, ਕਿਉਂਕਿ ਤੂੰ ਸਕੂਨ ਸਿਰਫ ਮਹਿੰਗੇ ਪਕਵਾਨਾਂ 'ਚ ਸਮਝਦਾ ਹੈ, ਭੋਜਨ 'ਚ ਨਹੀਂ। ਡੰਡੀ। ਤੇਰੀ ਨਜ਼ਰੇ ਕੱਪੜਾ ਉਹ ਹੈ ਜਿਸ 'ਤੇ ਸੋਨੇ ਦੀ ਕਢਾਈ ਹੋਵੇ। ਡੰਡੀ। ਪਰ ਮੇਰੀ ਨਜ਼ਰੇ ਕੱਪੜਾ ਉਹ ਹੈ ਜੋ ਜਿਸਮ ਨੂੰ ਢਕੇ। ਤੂੰ ਜ਼ਿੰਦਗੀ ਦਿਖਾਉਣ ਲਈ ਜਿਉਂਦਾ ਹੈ, ਮੈਂ ਜ਼ਿੰਦਗੀ ਜਿਉਣ ਲਈ ਜਿਉਂਦਾ ਹਾਂ। ਡੰਡੀ। ਮੇਰੇ ਲਈ ਜ਼ਿੰਦਗੀ ਬਾਹਰ ਨਹੀਂ, ਮੇਰੇ ਅੰਦਰ ਹੈ। ਡੰਡੀ। ਰਾਜਾ ਫਕੀਰ ਦੇ ਜਵਾਬ ਨੂੰ ਸੁਣ ਕੇ ਸੁੰਨ ਹੋ ਗਿਆ ਤੇ ਚੁੱਪਚਾਪ ਬਿਨਾਂ ਕੁਝ ਬੋਲੇ ਉੱਥੋਂ ਚੱਲਣ ਲੱਗਾ। ਡੰਡੀ। ਫਕੀਰ ਨੇ ਜਾਂਦੇ ਰਾਜੇ ਨੂੰ ਕਿਹਾ, ਮੁਬਾਰਕ ਰਾਜਾ, ਅੱਜ ਤੂੰ ਕੁਛ ਛੱਡ ਗਿਆ ਹੈ, ਕੁਝ ਬੋਝ ਲਾ ਗਿਆ ਹੈ। ਡੰਡੀ। ਅੱਜ ਤੂੰ ਹਲਕਾ ਹੋ ਗਿਆ, ਤੇਰੇ ਅੰਦਰ ਅੱਜ ਇੱਕ ਖਲਾ ਪੈਦਾ ਹੋਇਆ ਹੈ ਜਿਸਨੇ ਅਸਲੀ ਸਕੂਨ ਨੂੰ ਖੁਦ 'ਚ ਸੰਭਾਲਣਾ ਹੈ। ਡੰਡੀ। ਤੇਰੀ ਚੁੱਪ ਤੇਰੇ ਸ਼ਬਦਾਂ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੋ ਗਈ। ਅੱਜ ਇਸ ਚੁੱਪ ਦਾ ਆਨੰਦ ਮਾਣਦਾ ਰਹਿ। ਇੰਨਾ ਕਹਿ ਫਕੀਰ ਆਪਣੇ ਰਾਹ ਤੁਰ ਪਿਆ। ਡੰਡੀ। ਸਟਾਰਟ। ਬਿਨਾਂ ਸ਼ੱਕ ਅਨੁਸੂਚਿਤ ਜਾਤੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ ਦੇ ਪੰਜਾਬ ਸਰਕਾਰ ਵੱਲੋਂ ਸਹੀ ਢੰਗ ਨਾਲ ਨਾ ਚਲਾਏ ਜਾ ਸਕਣ ਕਾਰਨ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਇਸ ਦੀ ਆਲੋਚਨਾ ਹੋ ਰਹੀ ਹੈ, ਉੱਥੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਡਿੱਕੋ ਡੋਲੇ ਖਾਂਦੀ ਰਹੀ ਹੈ। ਡੰਡੀ। ਕਾਲਜਾਂ ਅਤੇ ਵਿੱਦਿਅਕ ਸੰਸਥਾਵਾਂ ਕੀਤੇ ਕਰਾਰਾਂ ਅਨੁਸਾਰ ਸੂਬਾ ਸਰਕਾਰ ਵੱਲੋਂ ਲਗਾਤਾਰ ਇਸ ਯੋਜਨਾ ਤਹਿਤ ਫੰਡਾਂ ਦੀ ਅਦਾਇਗੀ ਨਾ ਕਰ ਸਕਣ ਕਰਕੇ ਵਿਦਿਆਰਥੀਆਂ ਦੇ ਭਵਿੱਖ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਡੰਡੀ। ਇਹ ਯੋਜਨਾ ਕੁਝ ਸਾਲ ਪਹਿਲਾਂ ਕੇਂਦਰ ਅਤੇ ਸੂਬਾ ਸਰਕਾਰ ਨੇ ਭਾਈਵਾਲੀ ਨਾਲ ਸ਼ੁਰੂ ਕੀਤੀ ਸੀ, ਪਰ ਪਿਛਲੇ ਸਮੇਂ ਦੌਰਾਨ ਇਹ ਆਮ ਪ੍ਰਭਾਵ ਬਣ ਗਿਆ ਸੀ ਕਿ ਇਸ ਤਹਿਤ ਕੇਂਦਰ ਵੱਲੋਂ ਆਏ ਫੰਡ ਸੂਬਾ ਸਰਕਾਰ ਵੱਲੋਂ ਵਿੱਦਿਅਕ ਸੰਸਥਾਵਾਂ ਨੂੰ ਨਹੀਂ ਦਿੱਤੇ ਜਾ ਰਹੇ। ਡੰਡੀ। ਇਹ ਰਾਸ਼ੀ ਲਗਾਤਾਰ ਵੱਧਦੀ ਗਈ। ਡੰਡੀ। ਸੂਬੇ ਭਰ ਦੀਆਂ ਨਿੱਜੀ ਵਿੱਦਿਅਕ ਸੰਸਥਾਵਾਂ ਇਸ ਲਈ ਗੁਹਾਰ ਲਗਾਉਂਦੀਆਂ ਰਹੀਆਂ, ਪਰ ਇਸ ਦੇ ਨਾਲ ਨਾਲ ਉਹ ਪ੍ਰਸ਼ਾਸਕੀ ਦਬਾਅ ਹੇਠ ਕੰਮ ਕਰਦੀਆਂ ਰਹੀਆਂ, ਜਿਸ ਕਾਰਨ ਉਹਨਾਂ ਦੀ ਆਰਥਿਕਤਾ ਵੀ ਡਾਵਾਂਡੋਲ ਹੋ ਗਈ। ਡੰਡੀ। ਉਹਨਾਂ ਵੱਲੋਂ ਸਰਕਾਰ ਨਾਲ ਕੀਤੀਆਂ ਮੁਲਾਕਾਤਾਂ ਦਾ ਵੀ ਕੋਈ ਅਸਰ ਨਾ ਹੋਇਆ। ਡੰਡੀ। ਨਿੱਜੀ ਕਾਲਜ ਐਸੋਸੀਏਸ਼ਨ ਦੀ ਜੁਆਇੰਟ ਐਕਸ਼ਨ ਕਮੇਟੀ ਨੇ ਅਕਸਰ ਇਸ ਮਸਲੇ 'ਤੇ ਸੂਬਾ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਸਰਕਾਰ ਵੱਲੋਂ 2017 ਤੋਂ ਬਾਅਦ ਵਜ਼ੀਫੇ ਦੇ ਬਕਾਏ ਸੰਬੰਧੀ ਕੋਈ ਫੈਸਲਾ ਨਹੀਂ ਲਿਆ। ਡੰਡੀ। ਉਹਨਾਂ ਨੇ ਆਪਣੀਆਂ ਮੁਲਾਕਾਤਾਂ ਦੌਰਾਨ ਇਹ ਵੀ ਮੰਗ ਕੀਤੀ ਸੀ ਕਿ ਇਸ ਯੋਜਨਾ ਤਹਿਤ ਕੇਂਦਰ ਵੱਲੋਂ ਜਾਰੀ ਕੀਤੀ ਕਰੋੜਾਂ ਰੁਪਏ ਦੀ ਰਕਮ ਕਾਲਜਾਂ ਵਿੱਚ ਭੇਜੀ ਜਾਏ, ਪਰ ਸਰਕਾਰ ਨੇ ਇਸ ਸੰਬੰਧੀ ਕਦੇ ਵੀ ਕੋਈ ਸਪਸ਼ਟ ਨੀਤੀ ਅਖਤਿਆਰ ਨਹੀਂ ਕੀਤੀ। ਡੰਡੀ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਕਦੇ ਆਨਾਕਾਨੀ ਅਤੇ ਕਦੇ ਵਾਅਦਾ ਤਾਂ ਕਰਦੀ ਰਹੀ, ਪਰ ਮਸਲੇ ਦਾ ਉਸ ਨੇ ਕਦੇ ਕੋਈ
ਠੋਸ ਹੱਲ ਨਹੀਂ ਕੱਢਿਆ ਡੰਡੀ। ਉਹਨਾਂ ਨੇ ਪੁਰਾਣੇ ਵਿਦਿਆਰਥੀਆਂ ਨੂੰ 3 ਤੋਂ 4 ਸਾਲ ਤੱਕ ਪੜ੍ਹਾਇਆ ਡੰਡੀ। ਇੱਥੋਂ ਤੱਕ ਕਿ ਯੂਨੀਵਰਸਿਟੀ ਫੀਸ ਖੁਦ ਭਰੀ, ਪਰ ਉਹਨਾਂ ਦੇ ਇਸ ਪੱਖੋਂ ਹੱਥ ਖਾਲੀ ਹੀ ਰਹੇ ਡੰਡੀ। ਇਸ ਦੇ ਨਾਲ ਹੀ ਇਸ ਯੋਜਨਾ ਅਧੀਨ ਕੁਝ ਨਿੱਜੀ ਵਿੱਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਨੇ ਫਰਜ਼ੀ ਨਾਂ ਪਾ ਕੇ ਵੱਡੀਆਂ ਰਕਮਾਂ ਦਾ ਘੁਟਾਲਾ ਵੀ ਕੀਤਾ ਗਿਆ, ਜਿਸ ਵਿੱਚ ਸੰਬੰਧਿਤ ਮੰਤਰੀ ਦਾ ਨਾਂ ਵੀ ਸਾਹਮਣੇ ਆਉਂਦਾ ਰਿਹਾ ਡੰਡੀ। ਵਿਧਾਨ ਸਭਾ ਦੇ ਸੈਸ਼ਨਾਂ ਵਿੱਚ ਵੀ ਇਸ ਗੱਲ ਦੀ ਭਰਪੂਰ ਚਰਚਾ ਹੁੰਦੀ ਰਹੀ ਤੇ ਉਕਤ ਮੰਤਰੀ 'ਤੇ ਵੀ ਉਂਗਲਾਂ ਉੱਠਦੀਆਂ ਰਹੀਆਂ, ਪਰ ਸਰਕਾਰ 'ਤੇ ਇਸ ਦਾ ਕੋਈ ਅਸਰ ਨਾ ਹੋਇਆ ਡੰਡੀ। ਇਸ ਸੰਬੰਧੀ ਬਹੁਤ ਸਾਰੀਆਂ ਬੇਨਿਯਮੀਆਂ ਵੀ ਸਾਹਮਣੇ ਆਈਆਂ, ਜਿਨ੍ਹਾਂ ਦਾ ਖੁਲਾਸਾ ਵੀ ਹੁੰਦਾ ਰਿਹਾ ਡੰਡੀ, ਪਰ ਇਸ ਸੰਬੰਧੀ ਵੀ ਕੁਝ ਨਾ ਕੀਤਾ ਗਿਆ ਡੰਡੀ। ਦਲਿਤ ਵਰਗ ਦੇ ਵਿਦਿਆਰਥੀਆਂ ਦਾ 600 ਕਰੋੜ ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ 2400 ਕਰੋੜ ਤੋਂ ਵਧੇਰੇ ਦਾ ਬਕਾਇਆ ਬਾਕੀ ਹੈ, ਜਿਸ ਵਿੱਚੋਂ ਅਦਾਇਗੀ ਨਹੀਂ ਕੀਤੀ ਗਈ ਡੰਡੀ। ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ, ਉਵੇਂ ਉਵੇਂ ਇਸ ਸੰਬੰਧੀ ਵਿਵਾਦ ਵੱਧਦਾ ਜਾ ਰਿਹਾ ਹੈ ਡੰਡੀ। ਵਿੱਦਿਅਕ ਅਦਾਰੇ ਪਿਛਲੀ ਰਕਮ ਦੀ ਮੰਗ ਕਰ ਰਹੇ ਹਨ ਡੰਡੀ। ਇਸ ਤੋਂ ਬਗੈਰ ਉਹ ਨਵੇਂ ਦਾਖਲੇ ਕਰਨ ਤੋਂ ਅਸਮਰੱਥ ਹਨ ਡੰਡੀ। ਸਰਕਾਰ ਦੀ ਇਸ ਪੱਖੋਂ ਵੀ ਆਲੋਚਨਾ ਹੋ ਰਹੀ ਹੈ ਕਿ ਇਸ ਸਕੀਮ ਅਧੀਨ 1500 ਕਰੋੜ ਤੋਂ ਵਧੇਰੇ ਰੁਪਏ ਖੁਰਦ ਬੁਰਦ ਕਰ ਦਿੱਤੇ ਗਏ ਅਤੇ ਇਹ ਪੈਸੇ ਨਿੱਜੀ ਵਿੱਦਿਅਕ ਅਦਾਰਿਆਂ ਨੂੰ ਜਾਰੀ ਨਹੀਂ ਕੀਤੇ ਗਏ ਡੰਡੀ, ਜਿਸ ਕਾਰਨ ਲੱਖਾਂ ਹੀ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਪੈ ਗਿਆ ਹੈ ਡੰਡੀ। ਪਰ ਇਸ ਮਸਲੇ 'ਤੇ ਸਰਕਾਰ ਕਸੂਤੀ ਸਥਿਤੀ ਵਿੱਚ ਫਸ ਗਈ ਜਾਪਦੀ ਹੈ, ਕਿਉਂਕਿ ਨਿੱਜੀ ਵਿੱਦਿਅਕ ਅਦਾਰੇ 2 ਲੱਖ ਦਲਿਤ ਵਿਦਿਆਰਥੀਆਂ ਦੇ ਰੋਲ ਨੰਬਰ ਰੋਕਣ ਦਾ ਐਲਾਨ ਕਰ ਚੁੱਕੇ ਹਨ ਡੰਡੀ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਵਿਦਿਆਰਥੀ ਇਮਤਿਹਾਨ ਨਹੀਂ ਦੇ ਸਕਣਗੇ ਤੇ ਉਹਨਾਂ ਦਾ ਭਵਿੱਖ ਖਤਰੇ ਵਿੱਚ ਪੈ ਜਾਏਗਾ ਡੰਡੀ। ਇਸ ਸੰਬੰਧੀ ਅਨੁਸੂਚਿਤ ਜਾਤੀਆਂ ਸੰਬੰਧੀ ਰਾਸ਼ਟਰੀ ਕਮਿਸ਼ਨ ਨੇ ਵੀ ਸਰਕਾਰ ਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ ਡੰਡੀ। ਇਸ ਬਾਰੇ ਸਰਕਾਰ ਵੱਲੋਂ ਦਿੱਤੇ ਜਾ ਰਹੇ ਸਪਸ਼ਟੀਕਰਨ ਵੀ ਵਿਸ਼ਵਾਸ ਪੈਦਾ ਕਰਨ ਵਾਲੇ ਨਹੀਂ ਜਾਪਦੇ ਡੰਡੀ। ਇਹ ਵੀ ਸਥਿਤੀ ਬਣ ਗਈ ਹੈ ਕਿ ਜੇਕਰ ਸਰਕਾਰ ਸਪਸ਼ਟ ਰੂਪ ਵਿੱਚ ਇਸ ਸੰਬੰਧੀ ਕੋਈ ਪਾਰਦਰਸ਼ੀ ਢੰਗ ਤਰੀਕਾ ਨਹੀਂ ਅਪਣਾਉਂਦੀ ਤਾਂ ਉਸ ਨੂੰ ਆਉਂਦੇ ਸਮੇਂ ਵਿੱਚ ਲਗਾਤਾਰ ਲੋਕ ਕਟਹਿਰੇ ਵਿੱਚ ਖੜੇ ਹੋਣਾ ਪਵੇਗਾ ਡੰਡੀ। ਸੂਬਾ ਸਰਕਾਰ ਨੂੰ ਇਸ ਸਥਿਤੀ 'ਚੋਂ ਨਿਕਲਣ ਲਈ ਤੁਰੰਤ ਯਤਨ ਕਰਨੇ ਹੋਣਗੇ ਤਾਂ ਜੋ ਇਸ ਗੁੰਝਲਦਾਰ ਮਸਲੇ ਨੂੰ ਹੱਲ ਕੀਤਾ ਜਾ ਸਕੇ ਡੰਡੀ।